अब मैं मेरे बुल्ला करनी चाहके जे कोई आंगनवाड़ी ਜਿਹੜਾ ਇੰਪਲੋਈ ਹੈ ਉਹਨੂੰ ਨੌਕਰੀ ਤੋਂ ਬਰਖਾਸਤ ਨਹੀਂ ਕੀਤਾ ਜਾਏਗਾ। ਕੋਈ ਆਂਗਨਵਾੜੀ ਜੋ ਵੀ ਮੁਲਾਜ਼ਮ ਹੈ ਉਹਨੂੰ ਬਰਖਾਸਤ ਨਹੀਂ ਕੀਤਾ ਜਾਏਗਾ। ਜੋ ਸੰਘਰਸ਼ ਇਸ ਵੇਲੇ ਚੱਲ ਰਿਹਾ ਗਵਰਨਮੈਂਟ ਆਫ ਪੰਜਾਬ ਨੇ ਇੱਕ ਫੈਸਲਾ ਲਿਆ ਔਰ ਇਹ ਦੁਨੀਆ ਦੇ ਵਿੱਚ ਇਹ ਫੈਸਲਾ ਹੋ ਚੁੱਕਿਆ ਹੈ ਕਿ ਬੱਚੇ ਜਿਹੜੇ 3 ਸਾਲ ਤੋਂ ਜ਼ਿਆਦਾ ਉਮਰ ਦੇ ਪਹਿਲਾਂ ਬੱਚੇ ਦੀ ਸਕੂਲ 'ਚ ਭਰਤੀ 6 ਸਾਲ ਦੀ ਹੁੰਦੀ ਸੀ 5 ਸਾਲ ਦੀ ਹੁੰਦੀ ਸੀ। ਗਵਰਨਮੈਂਟ ਆਫ ਪੰਜਾਬ ਨੇ ਫੈਸਲਾ ਕੀਤਾ ਕਿ ਬੱਚੇ ਨੂੰ 3 ਸਾਲ 'ਚ ਭਰਤੀ ਕਰਨਾ ਕਿਉਂਕਿ ਲਰਨਿੰਗ ਜਿਹੜਾ ਐਕਸਪੀਰੀਅੰਸ ਉਹ ਵੱਧ ਜਾਂਦਾ ਹੈ ਜਦੋਂ 3 ਸਾਲ ਦਾ ਬੱਚਾ ਸਕੂਲ 'ਚ ਜਾਂਦਾ। ਆਂਗਨਵਾੜੀ ਜਿਹੜੇ ਸੰਘਰਸ਼ ਕਰ ਰਹੇ ਸੀ ਉਹਨਾਂ ਨੂੰ ਇਹ ਖਦਸ਼ਾ ਸੀ ਕਿ ਸ਼ਾਇਦ ਜੇ 3 ਸਾਲ ਦਾ ਬੱਚਾ ਸਕੂਲ ਚਲਾ ਜਾਏਗਾ ਤਾਂ ਸਾਡੀ ਮੁਲਾਜ਼ਮਤ ਖਤਮ ਕਰ ਦਿੱਤੀ ਜਾਏਗੀ। ਮੈਂ ਫੇਰ ਕਹਿੰਦਾ ਕਿਸੇ ਵੀ ਆਂਗਨਵਾੜੀ ਵਰਕਰ ਨੂੰ ਮੁਲਾਜ਼ਮਤ ਤੋਂ ਬਰਖਾਸਤ ਨਹੀਂ ਕੀਤਾ ਇਹ ਹਾਲੇ ਤੱਕ ਜਿਹੜੇ ਬੇਰੁਜ਼ਗਾਰ ਕਿਹੜੇ ਬੱਚੇ ਜਾਣਗੇ ਸਰ? ਜਿਹੜੇ ਕੋਈ ਬੱਚੇ ਮਾਂ-ਬਾਪ ਜਿਹੜੇ ਹੈ ਜਿਹੜੇ ਮੁਲਾਜ਼ਮਤ ਕਰਦੇ ਆ ਜਿਹੜੇ ਆਪਣੇ ਬੱਚੇ ਦੀ ਦੇਖਭਾਲ ਨਹੀਂ ਕਰ ਸਕਦੇ ਆਂਗਨਵਾੜੀ 'ਚ ਕੋਈ 6 ਮਹੀਨੇ 2 ਮਹੀਨੇ ਆਂਗਨਵਾੜੀ 'ਚ ਤਾਦਾਦ ਘੱਟ ਵੀ ਹੋ ਸਕਦੀ ਹੈ। ਆਂਗਨਵਾੜੀ ਸਾਰੀ ਭਰੀ ਹੋਵੇ ਬੱਚਿਆਂ ਦੀ ਇਹ ਤਾਂ ਜ਼ਰੂਰੀ ਨਹੀਂ ਹੈ ਨਾ ਜੀ। ਐਜ਼ ਲੌਂਗ ਐਜ਼ ਉਹਨਾਂ ਦੀ ਦੇਖੋ ਤੁਸੀਂ ਸਕੂਲ ਦੇ ਵਿੱਚ ਬੱਚੇ ਜਿਹੜੇ ਹੈ ਸਕੂਲ ਦੇ ਵਿੱਚ ਜਾਣੇ ਚਾਹੀਦੇ ਆ ਕਿ ਨਹੀਂ ਪਹਿਲਾਂ ਤਾਂ ਤੁਸੀਂ ਮੇਰੇ ਇਸ ਸਵਾਲ ਦਾ ਜਵਾਬ ਦਿਓ। ਜਦੋਂ ਸਾਡੇ ਕੋਲੇ ਟੀਚਰ ਪ੍ਰੈਜ਼ੈਂਟ ਹੈ ਦੁਨੀਆ ਦੇ ਵਿੱਚ ਪੂਰੇ ਦੁਨੀਆ 'ਚ ਇੱਕ ਦਸਤੂਰ ਬਣ ਗਿਆ ਕਿ 3 ਸਾਲ ਤੋਂ ਉੱਤੇ ਬੱਚਾ ਸਕੂਲ ਜਾ ਸਕਦਾ ਹੈ। ਉਹਨੂੰ ਸਕੂਲ 'ਚ ਨਾ ਭਰਤੀ ਕਰਨਾ ਤਾਂ ਸਾਡੀ ਫਰਜ਼ ਦੀ ਕੁਤਾਹੀ ਹੋਏਗੀ। ਮਨਪ੍ਰੀਤ ਸਾਹਿਬ ਨੇ ਵੈਕੈਂਸੀਆਂ ਕੱਲ ਹੀ ਖਤਮ ਕਰੀਆਂ ਨੇ। ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿਹੜੀਆਂ ਵੈਕੈਂਸੀਆਂ? ਪਾਵਰਕਾਮ ਨੇ 130 ਵੈਕੈਂਸੀਆਂ ਕੱਲ ਖਤਮ ਕਰੀਆਂ ਨੇ ਕੱਲ ਦੀ ਮੀਟਿੰਗ ਦੇ ਵਿੱਚ। ਉਹਦੇ ਵਿੱਚ ਚੀਫ ਇੰਜੀਨੀਅਰ ਤੋਂ ਲੈ ਕੇ ਜੇਈ ਤੱਕ ਜਿੰਨੀਆਂ ਵੀ ਸੀਗੀਆਂ 130 ਵੈਕੈਂਸੀਆਂ ਖਤਮ ਕਰਤੀਆਂ। ਦੇਖੋ ਦਰਅਸਲ ਗੱਲ ਇਹ ਹੈ ਕਿ ਪਾਵਰਕਾਮ ਦੇ ਵਿੱਚ 44,000 ਇਸ ਵੇਲੇ ਮੁਲਾਜ਼ਮ ਕੰਮ ਕਰ ਰਿਹਾ। ਸਾਨੂੰ ਹੋਰ ਮੁਲਾਜ਼ਮਾਂ ਦੀ ਲੋੜ ਹੈ। ਸਾਡੇ ਕੋਲ ਸਟਾਫ ਦੀ ਸ਼ਾਰਟਫਾਲ ਹੈ ਪਰ ਇਹ ਹੋ ਸਕਦਾ ਹੈ ਰੈਸ਼ਨਲਾਈਜੇਸ਼ਨ ਵੀ ਹੋਣੀ ਪੈਂਦੀ ਹੈ। ਕਈ ਚੀਜ਼ਾਂ ਜਿਹੜੀਆਂ ਪੋਸਟਾਂ ਹੁੰਦੀਆਂ ਸੀ ਤੇ ਇਹ ਰੈਸ਼ਨਲਾਈਜੇਸ਼ਨ ਹੈ। ਇਹ ਜਦੋਂ ਪੋਸਟਾਂ ਖਤਮ ਕਰੀ ਦੀਆਂ ਨਾਲ ਨਵੀਆਂ ਪੋਸਟਾਂ ਕ੍ਰੀਏਟ ਹੋ ਜਾਂਦੀਆਂ। ਸੋ ਪੰਜਾਬ ਦਾ ਕੀ ਅੰਕੜਾ ਜਿਹੜਾ ਰੋਜ਼ਗਾਰ ਵਾਲਿਆਂ ਦਾ ਨਹੀਂ ਜੀ ਸਾਨੂੰ ਤਾਂ ਕਹਿ ਰਹੇ ਹੋ ਵੈਸੇ 32,900 ਵੈਕੈਂਸੀਆਂ ਹੈਗੀਆਂ ਪਾਵਰਕਾਮ ਦੇ ਵਿੱਚ ਇਸ ਵੇਲੇ। ਸਭ ਇਹਦੀ ਰਿਕਰੂਟਮੈਂਟ ਪਾਵਰਕਾਮ 'ਚ ਰਿਟਾਇਰਮੈਂਟ ਤੇ ਰਿਕਰੂਟਮੈਂਟ ਮੁਸਲਸਲ ਚੱਲਦੀ ਰਹਿੰਦੀ ਹੈ। ਪੰਜਾਬ ਦੇ ਵਿੱਚ ਕਿੰਨੇ ਬੇਰੁਜ਼ਗਾਰ ਹੈਗੇ ਆ? ਸਭ ਐਸੇ ਹੈ ਕਿ ਪੰਜਾਬ ਦਾ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਹੈ ਇਹ ਪਿਛਲੇ 2 ਮਹੀਨਿਆਂ 'ਚ 6 ਮਹੀਨਿਆਂ 'ਚ ਨਹੀਂ ਬਣਿਆ। ਪੰਜਾਬ ਦੀ ਜਿਹੜੀ ਮਾਸ਼ੀ ਸੂਰਤ ਹਾਲ ਹੈ ਇਹ ਸਾਲ ਤੋਂ ਗੰਭੀਰ ਰਹੀ ਹੈ ਔਰ ਅਸੀਂ ਇੱਕ ਮੀਡੀਅਮ ਟਰਮ ਫਿਸਕਲ ਪਲਾਨ ਬਣਾਇਆ ਜਿਹਦੇ ਵਿੱਚ ਅਸੀਂ ਇਹ ਮਨਸੂਬਾ ਬਣਾਇਆ ਕਿ ਅਗਲੇ 4 ਸਾਲਾਂ ਦੇ ਵਿੱਚ ਪੰਜਾਬ ਨੂੰ ਇੱਕ ਰੈਵਨਿਊ ਡੈਫਿਸਿਟ ਸਟੇਟ ਦੀ ਬਜਾਏ ਇਹਨੂੰ ਰੈਵਨਿਊ ਸਰਪਲਸ ਬਣਾਵਾਂਗੇ। ਇਹ ਜਦੋਂ ਮੈਂ ਬਜਟ ਪੇਸ਼ ਕੀਤਾ ਸੀ ਉਹਦੇ 'ਚ ਮੈਂ 4 ਸਾਲਾਂ ਦਾ ਇੱਕ ਰੋਡ ਮੈਪ ਤਿਆਰ ਕੀਤਾ ਸੀ ਔਰ ਪਹਿਲੀ ਵਾਰ ਹੋਏਗਾ 1984 ਤੋਂ ਬਾਅਦ 33 ਸਾਲ ਬਾਅਦ ਪੰਜਾਬ ਜਿਹੜਾ ਹੈ ਦੇਖੋ ਇਸ ਸਾਲ ਦਾ ਬਜਟ ਘਾਟੇ ਦਾ ਬਜਟ ਹੈ। ਅਗਲੇ ਸਾਲ ਦਾ ਵੀ ਘਾਟੇ ਦਾ ਆਏਗਾ। ਤੀਜੇ ਸਾਲ ਦਾ ਵੀ ਘਾਟੇ ਦਾ ਆਏਗਾ। ਚੌਥੇ ਸਾਲ ਦੇ ਵਿੱਚ ਪੰਜਾਬ ਸਰਪਲਸ ਚਲਾ ਜਾਏਗਾ। ਛੋਟੇ ਤੋਂ ਛੋਟਾ ਕਾਰੋਬਾਰ ਕਰਦੇ ਹੋ ਕੋਈ ਕਰਿਆਨੇ ਦੀ ਦੁਕਾਨ ਵੀ ਕਰਦੇ ਹੋ ਜੇ ਕਿਤੇ ਦੇਣਦਾਰੀਆਂ ਵੱਧ ਜਾਣ ਛੋਟੀ ਮੋਟੀ ਦੁਕਾਨ ਨੂੰ ਵੀ ਜੇ ਟਰਨ ਅਰਾਊਂਡ ਕਰਨਾ ਹੋਵੇ ਤਾਂ ਟਾਈਮ ਲੱਗਦਾ ਹੈ। ਇਹ ਤਾਂ ਮੁਲਕ ਦੀ ਤਕਦੀਰ ਹੈ ਤਕਦੀਰ ਬਣਾਣੀ ਹੈ। ਇਹਦੇ 'ਚ ਟਾਈਮ ਸਾਨੂੰ 3-4 ਸਾਲ ਦਾ ਟਾਈਮ ਸਾਰੇ ਹਿੰਦੁਸਤਾਨ ਦੇ ਸਾਰੇ ਇਲੈਕਟ੍ਰਿਸਿਟੀ ਬੋਰਡ ਲੈ ਲਓ ਹਰਿਆਣਾ ਲੈ ਲਓ ਰਾਜਸਥਾਨ ਲੈ ਲਓ ਮੱਧ ਪ੍ਰਦੇਸ਼ ਲੈ ਲਓ ਆਂਧਰਾ ਪ੍ਰਦੇਸ਼ ਲੈ ਲਓ ਮਤਲਬ ਜਿੰਨੇ ਸਟੇਟ ਅੰਡਰਟੇਕਿੰਗਸ ਹੈ ਉੱਥੇ 2 ਪਾਰਟ ਟੈਰਿਫ ਚੱਲ ਰਿਹਾ। ਵਾਹਦ ਪੰਜਾਬ ਇੱਕ ਸੂਬਾ ਹੈ ਜਿੱਥੇ ਸਿੰਗਲ ਟੈਰਿਫ ਸੀਗਾ ਔਰ ਇਹਦੇ 2 ਪਾਰਟ ਟੈਰਿਫ ਦੇ ਵਿੱਚ ਜਿਹੜਾ ਕੰਟੀਨਿਊਅਸ ਜਿਹੜਾ ਬਿਜਲੀ ਵਰਤਦਾ ਉਹਨੂੰ ਐਕਚੁਅਲੀ ਫਾਇਦਾ ਰਹਿੰਦਾ। ਸੋ ਜਿੰਨੀ ਇੰਡਸਟਰੀ ਹੈ ਉਹਨੇ ਤਾਂ ਵੈਲਕਮ ਕੀਤਾ। ਇਹ ਤੁਹਾਡੀ ਗੱਲ ਸਹੀ ਹੈ ਕਿ ਮੰਡੀ ਗੋਬਿੰਦਗੜ੍ਹ ਨੂੰ ਸ਼ਾਇਦ ਉਹਦਾ ਥੋੜਾ ਜਿਹਾ ਨੁਕਸਾਨ ਹੋ ਸਕਦਾ ਹੈ। ਮੇਰੀ ਗੱਲ ਤਾਂ ਸੁਣੋ ਸੀਐਮ ਸਾਹਿਬ ਨੇ ਮੀਟਿੰਗ ਸੱਦੀ ਹੋਈ ਹੈ ਬਿਜਲੀ ਬੋਰਡ ਦੀ ਔਰ ਇਹਦਾ ਕੋਈ ਨਾ ਕੋਈ ਅਸੀਂ ਇਹਦਾ ਕੋਈ ਵੇ ਆਊਟ ਲੱਭ ਲਾਂਗੇ। ਸਭ ਜਿੰਨੇ ਪੰਜਾਬ ਦੇ ਫੋਕਲ ਪੁਆਇੰਟ ਹੈ
ਇਹ ਇਸ ਵੇਲੇ ਇਹਨਾਂ ਦੀ ਹਾਲਤ ਬੜੀ ਖਸਤਾ ਹੈ ਔਰ ਸਾਲਾਂ ਸਾਲ ਤੋਂ ਇਹਨਾਂ ਦੀ ਰਿਪੇਅਰ ਨਹੀਂ ਹੋਈ। ਸੜਕਾਂ 'ਚ ਐਡੇ ਐਡੇ ਟੋਏ ਪੈ ਗਏ ਆ ਕਿ ਟਰੱਕ ਤੇ ਕਾਰਾਂ ਉਹਦੇ ਚੱਲ ਨਹੀਂ ਸਕਦੀਆਂ। ਸੀਵਰ ਬਾਹਰ ਨਿਕਲ ਰਿਹਾ ਹੈ ਤੇ ਇਹਨਾਂ ਫੋਕਲ ਪੁਆਇੰਟਾਂ 'ਚ ਸੂਰ ਲਿਟਦੇ ਫਿਰਦੇ ਆ ਔਰ ਇਹਨਾਂ ਸਾਰਿਆਂ ਨੂੰ ਇੱਕ ਵਾਰੀ ਫੇਰ ਸ਼ਿੰਗਾਰਨਾ ਹੈ ਔਰ ਇਹਦੇ ਲਈ ਅਸੀਂ ਪੈਸੇ ਦਾ ਇੰਤਜ਼ਾਮ ਕਰ ਰਹੇ ਹਾਂ ਕਿ ਸਾਰੇ ਇੱਕ ਵਾਰੀ ਜਿੰਨੇ ਵੀ ਪੰਜਾਬ ਦੇ ਫੋਕਲ ਪੁਆਇੰਟ ਹੈ ਉਹਨਾਂ ਦੀ ਸਾਰਿਆਂ ਦੀ ਇੱਕ ਵਾਰੀ ਰਿਪੇਅਰ ਹੋ ਜੇ ਔਰ ਨਵੇਂ ਫੋਕਲ ਪੁਆਇੰਟ ਜਿਹੜੇ ਹੈ ਉਹ ਵੀ ਪੰਜਾਬ 'ਚ ਪੈਦਾ ਕਰਨੇ ਹੈ। ਔਰ ਤੁਸੀਂ ਯਕੀਨ ਮੰਨਿਓ ਕਿ ਕੱਲ ਸੀਐਮ ਸਾਹਿਬ ਬੰਬੇ ਗਏ ਸੀ, 2-3 ਦਿਨਾਂ ਦਾ ਉਹਨਾਂ ਦਾ ਦੌਰਾ ਸੀ। ਮੈਂ ਵੀ ਉਹਨਾਂ ਨਾਲ ਸ਼ਰੀਕ ਹੋਇਆ ਸੀ ਔਰ ਇਹ ਸੀਐਮ ਸਾਹਿਬ ਦਾ ਬੰਬੇ ਦੂਸਰਾ ਦੌਰਾ ਹੈ ਔਰ ਇਸ ਤੋਂ ਇਲਾਵਾ ਉੱਥੇ ਅੰਬਾਨੀ ਸਾਹਿਬ ਨਾਲ ਮੁਲਾਕਾਤ ਹੋਈ, ਹਿੰਦੂਜਾ ਸਾਹਿਬ ਨਾਲ ਮੁਲਾਕਾਤ ਹੋਈ। ਕੱਲ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਆਈ ਉਹਨਾਂ ਨੇ ਕਿਹਾ ਕਿ ਉਹ ਹੱਤਿਆ ਗੈਂਗ ਦੀ ਸਰਕਾਰ ਕਹਿੰਦੀ ਵੀ ਜਿਹੜੀ ਬਾਤ ਨੇ ਉਹ ਜੁੜੀਆਂ ਹੋਈਆਂ। ਦੇਖੋ ਗੱਲ ਇਹ ਹੈ ਕਿ ਜੋ ਪੰਜਾਬ ਦੇ ਵਿੱਚ ਪਿਛਲੇ 6 ਮਹੀਨਿਆਂ ਚੋਂ ਜੋ ਵੀ ਕਤਲ ਹੋਇਆ, ਚਾਹੇ ਉਹ ਗੈਂਗ ਵਾਰ ਹੈ, ਕੋਈ ਕਸੂਰਵਾਰ ਮਾਰਿਆ ਗਿਆ ਜਾਂ ਬੇਕਸੂਰ ਮਾਰਿਆ ਗਿਆ, ਇਹ ਗੱਲ ਤਾਂ ਅਲੱਗ ਹੈ। ਇਹਦੇ 'ਚ ਤਾਂ ਮੈਂ ਕੋਈ ਟਿੱਪਣੀ ਨਹੀਂ ਕਰੂੰਗਾ। ਪਰ ਜਿਨ੍ਹਾਂ ਨੇ ਵੀ ਇਹ ਕੀਤਾ ਔਰ ਜੋ ਇਹ ਕਰ ਰਹੇ ਹੈ ਉਹ ਦੇਸ਼ ਦੇ ਦੁਸ਼ਮਣ ਹੈ ਔਰ ਇਹਨਾਂ ਨੂੰ ਕਾਨੂੰਨ ਆਪਣੇ ਸ਼ਿਕੰਜੇ 'ਚ ਬੜੀ ਜਲਦੀ ਲੈ ਲੂਗਾ। ਔਰ ਮੈਨੂੰ ਲੱਗਦਾ ਹੈ ਕਿ ਇਹ ਤਕਰੀਬਨ ਜਿਹੜੇ 4-5 ਮੇਜਰ ਕੇਸ ਹੈ ਇਹ ਪੁਲਿਸ ਜਿਹੜੀ ਹੈ ਇਹ ਇਹਨਾਂ ਨੂੰ ਸੁਲਝਾਉਣ ਦੀ ਹੱਦ ਤੱਕ ਪਹੁੰਚ ਚੁੱਕੀ ਹੈ ਔਰ ਪੰਜਾਬ ਨੇ ਬੜੀ ਵੱਡੀ ਕੀਮਤ ਅਦਾ ਕੀਤੀ ਹੈ ਮੇਰੀ ਜ਼ਿੰਦਗੀ ਦੇ ਵਿੱਚ। ਪੰਜਾਬ ਦਾ ਜਿਹੜਾ ਇੱਕ ਮਿੰਟ ਸੁਣ ਲਿਆ ਕਰੋ ਯਾਰ, ਸੁਣ ਲਿਆ ਏਜੰਸੀਆਂ ਨੇ ਉਹਨਾਂ ਦੇ ਵਿੱਚ ਕਿਤੇ ਸਾਹਮਣੇ ਆਇਆ ਕਿ ਇਹ ਵਿਦੇਸ਼ੀ ਤਾਕਤਾਂ ਇਹਦੇ ਵਿੱਚ ਜੁੜੀਆਂ ਕਿਸੇ ਵੀ ਕੇਸ 'ਚ। ਸਭ ਦੇਖੋ, ਪੰਜਾਬ ਨੂੰ ਕਮਜ਼ੋਰ ਕਰਨ ਦਾ ਇਹ ਅੰਦਰੂਨੀ ਤੇ ਬੈਰੂਨੀ ਤਾਕਤਾਂ ਜਿਹੜੀਆਂ ਹਮੇਸ਼ਾ ਕੰਮ ਕਰਦੀਆਂ ਰਹਿੰਦੀਆਂ। ਮੈਂ ਪ੍ਰੈਸ ਕਾਨਫਰੰਸ ਇਲੈਬੋਰੇਟ ਨਹੀਂ ਕਰ ਸਕਦਾ ਪਰ ਸਬੂਤ ਹੈ। ਪਰ ਸਵਾਲ ਇਹ ਹੈ ਕਿ ਉਹ ਜਿਹੜੀਆਂ ਸਾਡਾ ਜਿਹੜਾ ਅਜ਼ਮ ਹੈ, ਪੰਜਾਬ ਦੇ ਲੋਕਾਂ ਦਾ ਭਾਈਚਾਰਾ ਹੈ, ਇਹ ਇਹਨਾਂ ਤਾਕਤਾਂ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੈ। ਇਹਨਾਂ ਨੂੰ ਕਾਮਯਾਬ ਨਹੀਂ ਤਾਂ ਮੈਂ ਕਹਿ ਰਿਹਾ ਸੀ ਕਿ ਮੇਰੀ ਜ਼ਿੰਦਗੀ 'ਚ ਅਸੀਂ ਇੱਕ ਵਾਰੀ ਇਹਦੀ ਕੀਮਤ ਅਦਾ ਕਰ ਚੁੱਕੇ ਹਾਂ। ਅਸੀਂ ਇੱਕ ਜ਼ਿੰਦਗੀ 'ਚ ਦੂਸਰੀ ਵਾਰੀ ਇਹ ਕੀਮਤ ਅਦਾ ਕਰਨ ਨੂੰ ਤਿਆਰ ਨਹੀਂ ਹੈ। ਔਰ ਇਹ ਜਿਹੜੇ ਦੇਸ਼ ਦੇ ਦੁਸ਼ਮਣ ਹੈ ਇਹਨਾਂ ਨੂੰ ਪੰਜਾਬ ਦੇ ਵਿੱਚ ਪਨਪਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਔਰ ਜਲਦੀ ਤੁਸੀਂ ਦੇਖੋਗੇ ਕਿ ਇੱਕ ਬੰਦਾ ਆਇਆ ਸੀ, ਪਤੇ ਦੀ ਗੱਲ ਦੱਸ ਗਿਆ ਔਰ ਪੰਜਾਬ ਪੁਲਿਸ ਦਾ ਡਰ ਕਿਉਂ ਨਹੀਂ ਹੈ? ਸਭ ਇੱਕ ਬੇਟਾ ਤੁਸੀਂ ਇੱਕ ਮਿੰਟ ਦੇਖੋ, ਤੁਸੀਂ ਸਵਾਲ ਪੁੱਛਣਾ ਤਾਂ ਤੁਹਾਡਾ ਅਧਿਕਾਰ ਪਰ ਫਿਰ ਜਵਾਬ ਦੇਣਾ ਵੀ ਤਾਂ ਜਵਾਬ ਵੀ ਨਹੀਂ ਲੈਂਦੇ ਯਾਰ। ਮੈਂ ਹੈਰਾਨ ਹੈ, ਮੈਂ ਸਾਰੇ ਪੰਜਾਬ 'ਚ ਘੁੰਮ ਕੇ ਦੇਖ ਲਿਆ, ਪਹਿਲੀ ਵਾਰ 2 ਬੰਦੇ ਮਿਲੇ ਜਿਹੜੇ ਜਵਾਬ ਹੀ ਨਹੀਂ ਲੈਂਦੇ। ਜਦੋਂ ਮੁੱਕ ਗਿਆ ਫਿਰ ਮੈਂ ਜਵਾਬ ਦਊਂ। ਸਾਰੇ ਸਵਾਲ ਸਾਰੇ 5 ਇਕੱਠੇ ਕਰ ਦੋ। ਲੋਕ ਜਿਹੜੇ ਹੈ ਤੁਹਾਡੇ ਖੱਬੇ ਸੱਜੇ ਸ਼ਾਇਦ ਰਹਿੰਦੇ ਹੋਣਗੇ ਜਾਂ ਤੁਸੀਂ ਉਹਨਾਂ ਨੂੰ ਪੁੱਛ ਲਿਓ। ਪਿਛਲੇ 4 ਮਹੀਨਿਆਂ ਤੋਂ ਔਰ ਖਾਸ ਕਰਕੇ ਜਿਹੜੀ ਲੁਧਿਆਣਾ ਦੀ ਇੰਡਸਟਰੀ ਸੀ, ਉਹਨਾਂ ਦੇ ਜਿਹੜੀ ਕੋਈ ਮੈਕਸਿਮਮ ਜੋ ਉਹਨਾਂ ਦੇ ਮਸਲੇ ਮਸਾਇਲ ਸੀ ਉਹਨਾਂ ਨੂੰ ਹੱਲ ਕਰਨ 'ਚ ਅਸੀਂ ਕਾਮਯਾਬ ਹੋਏ ਹਾਂ। ਔਰ ਇਹ ਤੁਸੀਂ ਉਹਨਾਂ ਤੋਂ ਜਾ ਕੇ ਪੁੱਛੋ, ਮੇਰੀ ਜ਼ੁਬਾਨ ਤੇ ਤੁਸੀਂ ਇਤਬਾਰ ਨਾ ਕਰਿਆ ਜੇ। ਔਰ ਆਮ ਸੌਰੀ ਦੇਖੋ, ਇਹ ਗਵਰਨਮੈਂਟ ਆਫ ਇੰਡੀਆ ਦਾ ਦੇਖੋ ਜੀ, GST ਦੇ 2 ਪਹਿਲੂ ਹੈ। ਇੱਕ ਪਹਿਲੂ ਹੈ ਜਿਹਨੂੰ ਸਟੇਟ GST ਕਹਿੰਦੇ, ਮੇਰੀ ਸੁਣ ਲਿਆ ਕਰੋ ਨਾ, ਤੇ ਉਹ ਤਾਂ ਸਾਡੇ ਖਜ਼ਾਨੇ 'ਚ ਹਰ ਮਹੀਨੇ ਆਉਂਦਾ ਰਹਿੰਦਾ। ਫਿਰ ਇੱਕ ਸੈਂਟਰਲ GST ਹੁੰਦਾ ਜਿਹਦਾ ਕਿ ਉਹਨਾਂ ਨੇ ਆਪਦਾ ਆਡਿਟ ਵਗੈਰਾ ਕਰਕੇ ਸਾਡੇ ਨਾਲ ਹਿਸਾਬ ਦਾ ਮੁਕਾਬਲਾ ਕਰਕੇ ਉਹਨਾਂ ਨੇ ਸਾਨੂੰ ਵਾਪਸ ਦੇਣਾ ਹੁੰਦਾ। ਤਾਂ ਤਕਰੀਬਨ 500 ਕਰੋੜ ਰੁਪਇਆ ਜੇ ਗਵਰਨਮੈਂਟ ਆਫ ਇੰਡੀਆ ਨੇ ਸਾਡਾ ਦੇਣਾ। ਇਸ ਤੋਂ ਇਲਾਵਾ ਕੁਝ IGST ਜਿਹਨੂੰ ਜਿਹੜਾ ਇੰਟਰਸਟੇਟ ਜਿਹੜਾ ਟ੍ਰੇਡ ਹੁੰਦਾ ਉਹਦਾ ਵੀ ਹਿਸਾਬ ਸਾਡੇ ਨਾਲ ਕਰਨਾ। ਤਾਂ ਇਹ ਸਾਰਾ ਕੁੱਲ ਮਿਲਾ ਕੇ ਤਕਰੀਬਨ 700-800-900 ਕਰੋੜ ਰੁਪਇਆ ਜਿਹੜਾ ਹੈ ਇਹ ਗਵਰਨਮੈਂਟ ਆਫ ਇੰਡੀਆ ਦਾ ਬਕਾਇਆ ਜੇ ਖੜਾ ਹੈ। ਔਰ ਇਹ ਜਦੋਂ ਅਗਲੇ ਹੋਰ ਇੱਕ ਕੁਆਟਰ ਦੇ ਵਿੱਚ GST ਸਟੇਬਲਾਈਜ਼ ਹੋ ਜੂਗੀ
ਤਾਂ ਜਿਹੜਾ ਉਹਨਾਂ ਨੇ ਸਾਨੂੰ ਦੇਣਾ ਉਹਦਾ ਮੈਨੂੰ ਲੱਗਦਾ ਕੁਝ ਸੁਥਰਾ ਇੰਤਜ਼ਾਮ ਬਣ ਜਾਏਗਾ। ਪਿਛਲੇ ਜਦੋਂ ਪਹਿਲਾ ਮਹੀਨਾ ਸੀ, ਸ਼ਾਇਦ ਤੁਸੀਂ ਇਹ ਵੀ ਅਖਬਾਰਾਂ 'ਚ ਵੀ ਪੜ੍ਹਿਆ ਹੋਵੇ ਕਿ ਉਸ ਮਹੀਨੇ ਤਨਖਾਹ 14-15 ਦਿਨ ਲੇਟ ਕਰਨੀ ਪਈ, ਪਰ ਅੱਜ 3 ਤਾਰੀਖ ਹੈ, ਪਹਿਲੀ ਤਰੀਕ ਨੂੰ ਤਨਖਾਹ ਚਲੀ ਗਈ ਹੈ। ਸੋ ਮੈਨੂੰ ਲੱਗਦਾ ਹੌਲੀ ਹੌਲੀ ਇਹ ਸਿਸਟਮ ਜਿਹੜਾ ਸਟੇਬਲਾਈਜ਼ ਕਰ ਜਾਏਗਾ। ਪਰ ਇਹ ਉਹ GST ਨਹੀਂ ਹੈ ਜੋ ਕਾਂਗਰਸ ਪਾਰਟੀ ਨੇ ਜੋ ਸੋਚਿਆ ਸੀ ਕਿਸ ਕਿਸਮ ਦਾ। GST ਦਾ ਮਤਲਬ ਇਹ ਸੀ ਕਿ ਸਭ ਨੂੰ ਸੌਖ ਹੋ ਜਾਏਗੀ, ਟੈਕਸ ਦੀ ਸ਼ਰ੍ਹਾਂ ਘੱਟ ਹੋ ਜਾਏਗੀ, ਕੰਪਲਾਇੰਸ ਦਾ ਜਿਹੜਾ ਸਿਸਟਮ ਹੈ, ਕਿਉਂਕਿ ਦੇਖੋ ਕਾਨੂੰਨ ਜਿਹੜਾ ਹੈ ਉਹ ਚੰਗਾ ਵੀ ਹੋ ਸਕਦਾ ਹੈ, ਕਾਨੂੰਨ ਮਾੜਾ ਵੀ ਹੋ ਸਕਦਾ ਹੈ। ਮੈਨੂੰ ਉਹਦਾ ਫਿਕਰ ਨਹੀਂ, ਮੈਨੂੰ ਫਿਕਰ ਹੈ ਕਿ ਕੋਈ ਵੀ ਕਾਨੂੰਨ ਹੋਵੇ ਉਹ ਲੋਕਾਂ ਦੀ ਸਮਝ ਆਉਣਾ ਚਾਹੀਦਾ। ਇਹ GST ਕੈਸਾ ਕਾਨੂੰਨ ਇਹਨਾਂ ਨੇ ਔਰ ਇਸ ਕਿਸਮ ਦਾ ਕੁੜਤਾ ਬਣਾਤਾ ਜਿਹੜਾ ਕਿਸੇ ਨੂੰ ਸਮਝ ਨਹੀਂ ਆ ਰਿਹਾ। ਔਰ ਖਾਸ ਕਰਕੇ ਜਿਹੜੀ ਲੁਧਿਆਣੇ ਦੇ ਮਸਲੇ ਹੈ, ਲੁਧਿਆਣੇ ਦਾ ਮਸਲਾ ਸੀ ਕਿ ਜਿਹੜਾ ਤੁਹਾਡਾ ਜੌਬ ਵਰਕ ਹੈ, ਟੈਕਸਟਾਈਲ ਇੰਡਸਟਰੀ ਦਾ ਬੰਦਾ ਹੈ ਜਾਂ ਜਿਹੜਾ ਸਾਈਕਲ ਇੰਡਸਟਰੀ ਦਾ ਬੰਦਾ, ਛੋਟੇ ਬੰਦੇ ਆ ਆਪਣੇ ਘਰਾਂ 'ਚ ਕਾਰੋਬਾਰ ਕਰ ਰਿਹਾ, ਕੋਈ ਬਟਨ ਲਾ ਰਿਹਾ, ਕੋਈ ਡਾਈ ਕਰ ਰਿਹਾ, ਕੋਈ ਸਾਈਕਲ ਦੇ ਕਿਸੇ ਪਾਰਟ ਨੂੰ ਰੰਗ ਕਰ ਰਿਹਾ, ਉਹਨਾਂ ਅੱਜ ਤੋਂ GST ਤੋਂ ਪਹਿਲਾਂ ਇਹ ਐਗਜ਼ੈਂਪਸ਼ਨ 'ਚ ਹੁੰਦੇ ਸੀ। ਪਹਿਲਾਂ ਇਹਨਾਂ ਨੇ 18% ਤੇ ਲੈ ਕੇ ਆਂਦਾ, ਹੁਣ ਉਹਨਾਂ ਨੂੰ 5% ਤੇ ਲੈ ਕੇ ਆਏ ਆ। ਪਰ ਇੱਕ ਬੰਦਾ ਜਿਹਨੇ ਸਾਰੀ ਉਮਰ ਕੰਪਿਊਟਰ ਹੀ ਨਹੀਂ ਦੇਖਿਆ, ਜਿਹਨੂੰ ਪਤਾ ਹੀ ਨਹੀਂ ਕਿ ਰਿਟਰਨ ਫਾਈਲ ਕਿਵੇਂ ਹੁੰਦੀ ਹੈ, ਉਹਨੂੰ 5% ਗੱਲ ਟੈਕਸ ਦੀ ਨਹੀਂ ਹੈ, ਗੱਲ ਕੰਪਲਾਇੰਸ ਦੀ ਹੈ। ਇਸ ਵੇਲੇ ਜਿਹੜਾ ਰੌਲਾ ਹਿੰਦੁਸਤਾਨ 'ਚ ਪੈ ਰਿਹਾ ਕਿ ਜਿਹੜਾ ਗਰੀਬ ਤੇ ਛੋਟਾ ਕਾਰੋਬਾਰੀ ਬੰਦਾ ਹੈ ਉਹਨੂੰ ਐਸੇ ਝੰਜਟ 'ਚ ਪਾਤਾ ਹੈ ਕਿ ਇਸ ਝੰਜਟ 'ਚੋਂ ਕੱਢਣਾ ਜ਼ਰੂਰੀ ਹੈ। ਔਰ ਅਸੀਂ ਹਿਸਾਬ ਲਾਇਆ ਕਿ ਤਕਰੀਬਨ 25 ਲੱਖ ਜਿਹੜਾ ਬੱਚਾ ਹੈ ਉਹਨਾਂ ਨੂੰ ਅਸੀਂ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਜੋ ਸਾਡੇ ਕੋਲੇ ਇਸ ਵੇਲੇ ਰਜਿਸਟਰਡ ਹੈ, ਉਹਨਾਂ ਦੀ ਤਾਦਾਦ ਕੋਈ 25 ਲੱਖ ਹੈ। ਗੱਲ ਕਰੀਏ ਸਰ ਜਿਹੜਾ ਵੈਟ ਜਿਹੜਾ ਇੰਡਸਟਰੀ